तो वड्डी खबर का रुख करते हैं। पंजाब दे विच वड्डा बिजली संकट मंडरा रहा है। सूबे के सारे थर्मल प्लांट बंद ने तो सूबे के प्लांटां दे विच सिर्फ 2 तो 4 दिन का कोला ही बचा है, वो भी एमरजेंसी के लिए स्टोर किया गया है। तो फिलहाल नैशनल ग्रिड तो बिजली खरीदी जाएगी। दस दईए कि सोमवार तो यह बिजली की खरीद की जाएगी। 1500 मेगावाट बिजली खरीदी जाएगी, पर जो माल गड्डियां रोकियां गई ने उन्हां दे कारण वड्डा बिजली संकट पैदा हुंदा नजर आ रहा है। इस सब दे विचाले बिजली कट भी आने वाले दिनों दे विच लग सकते हैं, क्योंकि थर्मल प्लांटां दे कोल ज्यादा जिहड़ा कोला वो नहीं बचा है। PSPCL के CMD वेणु प्रसाद ने भी ये दस्सिया सी कि ज्यादा कोला नहीं बचा है, ज्यादा चंगी स्थिति कोई पंजाब की नहीं है। तो हुण जो नैशनल ग्रिड तो 1500 मेगावाट बिजली खरीदी जाएगी। हालांकि उन्होंने कहा कि पीक आवर्स दे विच जिहड़ा कट लगाया जा सकता है। इस समय बिजली की बहुत ज्यादा जरूरत सर्दी होने के कारण नहीं है, इसलिए हालात हजे कंट्रोल दे विच ने, पर आने वाले समय दे विच हालात जेकर बिगड़ते हैं तो वड्डे कट भी लगाए जा सकते हैं। तो थर्मल प्लांटां दे विच कोला खत्म होने की वड्डी वजह पंजाब च माल गड्डियां दा ना आउणा। माल गड्डियां बंद होने कारण कोले की सप्लाई ठप हो चुकी है। तो माल गड्डियां बंद होने की वजह है किसानां दे धरने। कई थावां ते किसान अजे भी रेलवे लाइनां ते डटे हुए ने, पर किसानां दा कहना है कि वो जो सरकारी प्लांट नूं जाण वालियां माल गड्डियां ने कोले दियां उन्हां नूं नहीं रोकणगे। पर हुण जो रेलवे अपनी जिद ते अड़िया है कि पूरी क्लीयरेंस पैसेंजर ट्रेन्स दे लई भी दित्ती जावे, उस तो बाद ही ये माल गड्डियां भी चलाईयां जाणगियां। ते इस कारण ये स्थिति जिहड़ी है बहुत ज्यादा कसूती बनी हुई है। पर इस जिदबाजी दे विच हुण आम लोग जिहड़े ने वो भी पिसदे होए नजर आ रहे हैं। साडा मोर्चा फिलहाल तो साडा यह मोर्चा देखिए भी तिन्ने खेती आर्डीनेंस ने मान लो उन्होंने रद्द कराने वास्ते है। बिजली एक्ट 2020 उन्होंने रद्द कराने वास्ते इस टाइम लग्या होया। सर जी ਜਿਹੜੀਆਂ ਕੋਲੇ ਦੀਆਂ ਗੱਡੀਆਂ ਜਾਂਦੀਆਂ ਸੀਗੀਆਂ ਉਹ ਕਿੰਨੇ ਕੁ ਦਿਨ ਤੋਂ ਹੋ ਗਏ ਰੁਕੀਆਂ ਤੁਸੀਂ? ਉਹ ਅਸੀਂ 24 ਤਰੀਕ ਤੋਂ ਸਵੇਰੇ ਆ ਕੇ ਅਸੀਂ ਇਸੇ ਮੋਰਚੇ ਦੇ ਉੱਪਰ ਬਹਿ ਗਏ ਤੇ 24 ਤਰੀਕ ਤੋਂ ਆਪਾਂ ਨੇ ਉਹ ਟ੍ਰੇਨ ਦੀਆਂ ਜਿਹੜੀਆਂ ਗੱਡੀਆਂ ਨੇ ਮੰਨ ਲਓ ਕੋਲੇ ਦੀਆਂ ਗੱਡੀਆਂ ਨੇ ਉਹ ਰੋਕੀਆਂ ਹੋਈਆਂ ਨੇ। उस दिन आ ਜਿਹੜੀਆਂ ਚਿਮਨੀਆਂ ਨੇ ਇਹਨਾਂ ਵੀ ਅਸੀਂ ਧੂਆਂ ਨਿਕਲਦਾ ਦੇਖ ਰਹੇ ਤੇ ਅੱਜ 6ਵੇਂ ਦਿਨ ਜਿਹੜੀਆਂ ਚਿਮਨੀਆਂ ਨੇ ਇਹਨਾਂ ਦੇ ਵਿੱਚੋਂ ਧੂਆਂ ਨਿਕਲਣਾ ਬੰਦ ਹੋ ਗਿਆ। ਹੋ ਸਕਦਾ ਹੈ ਅਸੀਂ ਅੰਦਰ ਤਾਂ ਗਏ ਨਹੀਂ ਹੈਗੇ, ਹੋ ਸਕਦਾ ਇਹਦਾ ਕੋਲਾ ਮੁੱਕ ਗਿਆ ਹੋਵੇ ਵੀ ਜਿਹੜਾ ਥਰਮਲ ਪਲਾਂਟ ਹੈ ਉਹ जिंदाबाद मोदी सरकार मुर्दाबाद मुर्दाबाद। ਪੰਜਾਬ ਦੀ ਸਰਕਾਰ ਨੇ 2 ਚੰਗੇ ਭਲੇ ਚੱਲਦੇ ਜਿਹੜੇ ਥਰਮਲ ਪਲਾਂਟ ਬਠਿੰਡਾ ਤੇ ਰੋਪੜ ਵਾਲਾ ਥਰਮਲ ਪਲਾਂਟ, ਜਿਹੜੇ ਦੋਨਾਂ ਥਰਮਲ ਪਲਾਂਟਾਂ ਨਾਲ ਪੂਰੇ ਪੰਜਾਬ ਦੀ ਬਿਜਲੀ ਆ ਜਿਹੜੀ ਸਪਲਾਈ ਦਿੱਤੀ ਜਾ ਸਕਦੀ ਸੀ, ਉਹ ਬੰਦ ਕਰਤੇ। ਰਾਜਪੁਰੇ ਦੇ ਵਿੱਚ ਖੋਲੇ ਗਏ ਹੈ, ਆਪਦੇ ਸਰਕਾਰੀ ਬੰਦ ਕਰਤੇ, ਪ੍ਰਾਈਵੇਟ ਚਲਾਏ ਗਏ ਨੇ ਤੇ ਇਹਨਾਂ ਨਾਲ ਸਮਝੌਤੇ ਕੀਤੇ ਆ ਕਿ ਬਿਜਲੀ ਲੈਣ ਚਾਹੇ ਨਾ ਲੈਣ। ਪੰਜਾਬ ਸਰਕਾਰ ਨੇ 20 ਕਰੋੜ ਰੁਪਈਆ ਇਹਨਾਂ ਥਰਮਲਾਂ ਨੂੰ ਦੇਣਾ ਹਰ ਰੋਜ਼ ਸਰਕਾਰ ਦੇ ਖਜ਼ਾਨੇ 'ਚ ਪੈਸਾ ਲੋਕਾਂ ਦਾ ਹੈ। ਇਸ ਕਰਕੇ ਸਾਡੀ ਮੰਗ ਹੈ, ਅਸੀਂ ਕੋਈ ਰੇਲਾਂ ਨਹੀਂ ਰੋਕੀਆਂ। ਸਾਡਾ 2 ਥਰਮਲ ਪਲਾਂਟਾਂ ਕੇ ਰੋਜ਼ ਧਰਨਾ ਚੱਲਦਾ ਹੈ। ਹੁਣ ਅਸੀਂ ਉਹ ਗੇਟਾਂ ਕੋ ਚੱਕ ਕੇ ਲਾਈਨ ਤੇ ਲਏ ਆ, ਜਿਹੜੀ ਉਹਨਾਂ ਦੀ ਲਾਈਨ ਜਾਂਦੀ ਹੈ। ਸਾਡੀ ਮੰਗ ਹੈ ਕਿ ਕੋਲਾ ਸਰਕਾਰੀ ਥਰਮਲਾਂ 'ਚ ਜਾਓ, ਪਹਿਲਾਂ ਬਠਿੰਡੇ ਵਾਲਾ ਥਰਮਲ ਚਲਾਓ, ਰੋਪੜ ਵਾਲਾ ਚਲਾਓ, ਉਹਨਾਂ ਨਾਲ ਬਿਜਲੀ ਪੈਦਾਵਾਰ ਸਰਦਾ ਹੈ। ਫਿਰ ਇਹਨਾਂ ਨਾਲ ਹੋਇਆ ਸਮਝੌਤਾ ਰੱਦ ਕਰੋ, ਇਸ ਕਰਕੇ ਇਹ ਬੰਦ ਹੁੰਦਾ ਹੋ ਜੇ। ਸਰਕਾਰ ਸਾਡੀ ਮੰਗ ਹੈ ਕਿ ਦੋਵੇਂ ਸਰਕਾਰੀ ਥਰਮਲ ਪਲਾਂਟਾਂ ਨੂੰ ਚਲਾ ਕੇ ਸਰਕਾਰੀ ਤਾਂ ਪੰਜਾਬ ਦੇ ਵਿੱਚ ਵੱਡਾ ਬਿਜਲੀ ਸੰਕਟ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ। ਥਰਮਲ ਪਲਾਂਟਾਂ ਦੇ ਵਿੱਚ ਕੋਲਾ ਖਤਮ ਹੈ, ਮਾਲ ਗੱਡੀਆਂ ਨਾ ਚੱਲਣ ਕਾਰਨ ਕੋਲੇ ਦੀ ਸਪਲਾਈ ਨਹੀਂ ਹੋ ਰਹੀ। ਤਾਂ ਉਧਰ ਪੂਰਨ ਕਲੀਅਰੈਂਸ ਮਿਲਣ ਤੱਕ ਮਾਲ ਗੱਡੀਆਂ ਨਹੀਂ ਚਲਾਈਆਂ ਜਾਣਗੀਆਂ। ਇਹ ਵੀ ਰੇਲਵੇ ਆਪਣੀ ਜ਼ਿੱਦ ਤੇ ਅੜਿਆ ਹੋਇਆ ਹੈ। ਅਰਸ਼ਦੀਪ ਅਰਸ਼ੀ ਮੇਰੇ ਸਹਿਯੋਗੀ ਜੁੜੇ ਹੋਏ ਨੇ, ਅਵਤਾਰ ਕੰਬੋਜ ਵੀ ਜੁੜੇ ਨੇ। ਤਾਂ ਅਰਸ਼ਦੀਪ ਰੁਖ ਕਰਦੇ ਹਾਂ ਪਹਿਲਾਂ। ਅਰਸ਼ਦੀਪ, ਕੇਂਦਰ ਦੀ ਇਸ ਜ਼ਿੱਦਬਾਜ਼ੀ ਦਾ ਹੁਣ ਖਾਮਿਆਜ਼ਾ ਪੂਰੇ ਪੰਜਾਬ ਦੀ ਜਨਤਾ ਭੁਗਤਦੀ ਆਉਣ ਵਾਲੇ ਦਿਨਾਂ ਦੇ ਵਿੱਚ ਨਜ਼ਰ ਆ ਰਹੀ ਹੈ, ਕਿਉਂਕਿ ਕੋਲਾ ਨਹੀਂ ਹੈ, ਥਰਮਲ ਪਲਾਂਟ ਬੰਦ ਹੋ ਚੁੱਕੇ ਨੇ। ਫਿਲਹਾਲ ਕੀ ਕੋਈ ਜਾਣਕਾਰੀ? जी अमृत ਜਿਹੜੇ CMD ਨੇ PSPCL ਦੇ ਉਹਨਾਂ ਦੇ ਨਾਲ ਗੱਲਬਾਤ ਹੋਈ ਸੀ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਪਹਿਲਾਂ ਜਿੱਦਾਂ 1000 ਮੈਗਾਵਾਟ ਬਿਜਲੀ ਨੈਸ਼ਨਲ ਗ੍ਰਿਡ ਤੋਂ ਖਰੀਦੀ ਜਾ ਰਹੀ ਸੀਗੀ, ਪਰ ਕਿਉਂਕਿ ਹੁਣ 2 ਵੱਡੇ ਥਰਮਲ ਪਲਾਂਟ ਬੰਦ ਹੋ ਚੁੱਕੇ ਨੇ। ਹਾਲਾਂਕਿ ਗੋਇੰਦਵਾਲ ਜਿਹੜਾ GVK ਥਰਮਲ ਪਲਾਂਟ ਹੈਗਾ ਉੱਥੇ 1 ਯੂਨਿਟ ਚਲਾਇਆ ਗਿਆ, ਲੇਕਿਨ ਹੁਣ ਜਿਹੜੀ ਬਿਜਲੀ ਦੀ ਲੋਡ ਹੈਗੀ ਉਹ ਵੱਧ ਗਈ ਹੈ ਕਿਉਂਕਿ 2 ਵੱਡੇ ਥਰਮਲ ਪਲਾਂਟ ਬੰਦ ਹੋ ਗਏ ਨੇ। ਇਸ ਕਰਕੇ ਸੋਮਵਾਰ ਤੋਂ ਨੈਸ਼ਨਲ ਗ੍ਰਿਡ ਤੋਂ 1500 ਮੈਗਾਵਾਟ ਬਿਜਲੀ ਖਰੀਦੀ ਜਾਵੇਗੀ। ਪਹਿਲਾਂ
1000 ਮੈਗਾਵਾਟ ਖਰੀਦੀ ਜਾ ਰਹੀ ਸੀ। ਲੇਕਿਨ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿਉਂਕਿ ਕੁਝ ਦਿਨਾਂ ਦੇ ਵਿੱਚ ਅਸੀਂ ਦੇਖੀਏ ਕਿ ਮੌਸਮ ਕਾਫੀ ਚੇਂਜ ਹੋਇਆ ਤੇ ਸਰਦੀ ਦੀ ਸ਼ੁਰੂਆਤ ਹੋ ਗਈ ਹੈ, ਇਸ ਕਰਕੇ ਮੰਗ ਜਿਹੜੀ ਹੈਗੀ ਹੈ ਬਿਜਲੀ ਦੀ ਉਹ ਕਾਫੀ ਘਟ ਗਈ ਹੈ, ਜਿਸ ਦੇ ਕਰਕੇ ਹਜੇ ਜਿਹੜਾ ਸਿਚੁਏਸ਼ਨ ਥੋੜਾ ਕੰਟਰੋਲ ਦੇ ਵਿੱਚ ਹੈਗੀ ਹੈ, ਮੰਗ ਘਟ ਗਈ ਹੈ। ਜ਼ਿਆਦਾ ਉਹਨਾਂ ਨੇ ਕਿਹਾ ਸੀਗਾ ਕਿ ਹਜੇ ਕੱਟ ਲੱਗਣ ਦੀ ਸੰਭਾਵਨਾ ਨਹੀਂ ਹੈ, ਲੇਕਿਨ ਇਸ ਚੀਜ਼ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਨੈਸ਼ਨਲ ਗ੍ਰਿਡ ਤੋਂ ਜਿਸ ਤਰੀਕੇ ਨਾਲ ਬਿਜਲੀ ਖਰੀਦੀ ਜਾ ਰਹੀ ਹੈ ਉਸ ਦੇ ਵਿੱਚ ਵੀ ਕੋਈ ਪ੍ਰੋਬਲਮ ਆ ਸਕਦੀ ਹੈ। ਫਾਈਨੈਂਸ਼ੀਅਲ ਰੀਜ਼ਨਸ ਵੀ ਉਹਦੇ ਵਿੱਚ ਹੈਗੇ ਨੇ, ਪੈਸਾ ਵੀ ਕਾਫੀ ਖਰਚ ਹੋ ਰਿਹਾ ਹੈਗਾ ਲਗਾਤਾਰ, ਤਾਂ ਸਿਚੁਏਸ਼ਨ ਕੋਈ ਵੀ ਹੋ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ, ਤਾਂ ਇਹ ਇਸ ਚੀਜ਼ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਲੇਕਿਨ ਜਿਹੜਾ ਜੇ ਅਸੀਂ ਗੱਲ ਕਰੀਏ ਕਿ ਕੁਝ ਪਲਾਂਟਾਂ ਦੇ ਵਿੱਚ ਕੋਲਾ ਬਚਿਆ ਹੋਇਆ ਹੈਗਾ, ਚਾਹੇ 2 ਦਿਨ ਦਾ ਚਾਹੇ 6 ਦਿਨ ਦਾ, ਹਾਲਾਂਕਿ 25 ਦਿਨ ਦਾ ਸਟਾਕ ਰੱਖਣਾ ਹੁੰਦਾ, ਲੇਕਿਨ ਉਹ ਇਸ ਵਾਰ ਫਾਰਮਰ ਐਜੀਟੇਸ਼ਨ ਦੇ ਕਰਕੇ ਨਹੀਂ ਹੋ ਪਾਇਆ ਸਟੋਰ, ਤਾਂ ਉਹ ਸਿਰਫ ਐਮਰਜੈਂਸੀ ਸਿਚੁਏਸ਼ਨ, ਅਗਰ ਨੈਸ਼ਨਲ ਗ੍ਰਿਡ ਵਾਲੇ ਪਾਸਿਓਂ ਕੋਈ ਸਿਚੁਏਸ਼ਨ ਵਿਗੜਦੀ ਨਜ਼ਰ ਆਉਂਦੀ ਹੈ ਤਾਂ ਸਿਰਫ ਉਸ ਦੇ ਲਈ ਉਹ ਜਿਹੜਾ ਕੋਲਾ ਹੈਗਾ ਉਹ ਬਚਾ ਕੇ ਰੱਖਿਆ ਹੋਇਆ ਹੈ। ਜੀ ਅੰਮ੍ਰਿਤ। बिल्कुल अर्शदीप, स्थिति जिहड़ी है जरूर चिंताजनक बनी हुई है। अवतार कंबोज मेरे सहयोगी रोपड़ तो जुड़े ने, तो अवतार थर्मल प्लांट बंद है फिलहाल, की जिहड़े अधिकारी कह रहे ने कि जेकर नैशनल ग्रिड तो बिजली हुण सोमवार तो 1500 मेगावाट खरीदी जाएगी, पर अगे कितना यह सिलसिला कितनी देर तक चल सकेगा ते कोले दी की स्थिति है? जी अमृत, बिल्कुल असी इस वेले रोपड़ दे गुरु गोबिंद सिंह सुपर थर्मल प्लांट दे बाहर खड़े हैं। साडे पिछे नजर आ रहा है गुरु गोबिंद सिंह सुपर थर्मल प्लांट का यह गेट है। इस तो अंदर प्लांट के अंदर जो प्रोडक्शन होंदी है बिजली की, उस दे विच ओह बिजली पंजाब की जो बिजली की डिमांड नूं पूर्ति करन दे लई वरती जाती है। जेकर इस थर्मल प्लांट की स्थिति की गल करिए तां अक्तूबर महीने दे विच 1 अक्तूबर नूं थर्मल प्लांट के 4 यूनिट बंद कर दिते गए सन, तो उस तो बाद इस महीने दे विच अज 30 अक्तूबर आ चुकी है। इस महीने दे विच केवल 3 दिन दे लई एक 6 नंबर जो यूनिट है उसनूं चलाया गया सी। ਤੇ ਇਸ ਵੇਲੇ ਜੋ ਕੋਲੇ ਦੀ ਸਥਿਤੀ ਇਹ ਹੈ ਕਿ 6 ਦਿਨ ਦਾ ਕੋਲਾ ਕੁੱਲ ਇਸ ਥਰਮਲ ਪਲਾਂਟ ਦੇ ਕੋਲ ਸਟਾਕ ਦੇ ਵਿੱਚ ਮੌਜੂਦ ਹੈ, ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਸੰਕਟਕਾਲੀਨ ਸਥਿਤੀ ਦੇ ਲਈ ਵਰਤਿਆ ਜਾ ਸਕਦਾ, ਕਿਉਂਕਿ ਅਧਿਕਾਰਿਕ ਜੋ ਸੂਤਰ ਦੱਸ ਰਹੇ ਹਨ ਕਿ ਲਗਾਤਾਰ ਪਲਾਂਟ ਨੂੰ ਬੰਦ ਕੀਤਾ ਹੋਇਆ ਹੈ ਕੋਲਾ, ਕਿਉਂਕਿ ਪਿੱਛੋਂ ਜਦੋਂ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਚੱਲ ਰਿਹਾ ਹੈ, ਲਗਾਤਾਰ ਰੇਲਾਂ ਦਾ ਚੱਕਾ ਜਾਮ ਹੈ ਤੇ ਜੋ ਮਾਲ ਗੱਡੀਆਂ ਉਹ ਵੀ ਨਹੀਂ ਆ ਰਹੀਆਂ ਤੇ ਮਾਲ ਗੱਡੀਆਂ ਦੇ ਰਾਹੀਂ ਹੀ ਕੋਲੇ ਦੀ ਪੂਰਤੀ ਹੁੰਦੀ ਹੈ। ਅਤੇ ਇਸ ਥਰਮਲ ਪਲਾਂਟ ਕੋਲ ਇਸ ਵੇਲੇ 6 ਦਿਨ ਦਾ ਕੇਵਲ ਕੋਲਾ ਬਾਕੀ ਹੈ ਤੇ ਨੈਸ਼ਨਲ ਗ੍ਰਿਡ ਤੋਂ ਜੋ ਪਾਵਰਕੌਮ ਹੈ ਇਸ ਵੇਲੇ ਬਿਜਲੀ ਖਰੀਦ ਰਿਹਾ, ਉਹ ਨੈਸ਼ਨਲ ਗ੍ਰਿਡ ਦੇ ਨਾਲ ਜੋ ਹੋਰ ਸਰੋਤ ਨੇ ਉਹਨਾਂ ਦੇ ਕੋਲੋਂ ਬਿਜਲੀ ਦੀ ਪੂਰਤੀ ਕੀਤੀ ਜਾ ਰਹੀ ਹੈ, ਬਿਜਲੀ ਖਰੀਦੀ ਜਾ ਰਹੀ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਪੋਜ਼ ਕਰ ਲਓ ਨੈਸ਼ਨਲ ਗ੍ਰਿਡ ਤੋਂ ਜਦੋਂ ਬਿਜਲੀ ਖਰੀਦਦੇ ਉਹਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਵੇਲੇ ਜੋ ਸੰਕਟਕਾਲੀਨ ਸਥਿਤੀ ਹੋਵੇਗੀ ਉਸ ਦੇ ਵਿੱਚ ਥਰਮਲ ਪਲਾਂਟ ਨੂੰ ਚਲਾਇਆ ਜਾ ਸਕੇਗਾ। ਜਿਵੇਂ ਪੰਜਾਬ ਦੇ ਹੋਰ 2 ਸਰਕਾਰੀ ਅਤੇ 3 ਜੋ ਗੈਰ ਸਰਕਾਰੀ 5 ਥਰਮਲ ਪਲਾਂਟ ਇਸ ਵੇਲੇ ਜੋ ਬੰਦ ਪਏ ਨੇ ਉਹਨਾਂ ਦੇ ਵਿੱਚ ਵੀ ਕੋਲੇ ਦੀ ਸਥਿਤੀ ਜੋ ਸੀਮਿਤ ਰਹਿ ਚੁੱਕੀ ਹੈ। ਇਸੇ ਤਰ੍ਹਾਂ ਰੋਪੜ ਦਾ ਜੋ ਇਹ ਥਰਮਲ ਪਲਾਂਟ ਹੈ ਇਸ ਦੇ ਵਿੱਚ ਕੇਵਲ 6 ਦਿਨ ਦਾ ਕੋਲੇ ਦਾ ਸਟਾਕ ਮੌਜੂਦ ਹੈ, ਜਿਸ ਨੂੰ ਜੋ ਅਧਿਕਾਰਿਕ ਸੂਤਰ ਇਹ ਦੱਸਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਸੰਕਟਕਾਲੀਨ ਸਥਿਤੀ ਜੇਕਰ ਪੈਦਾ ਹੁੰਦੀ ਹੈ ਤਾਂ ਇਸ ਕੋਲੇ ਨੂੰ ਵਰਤਿਆ ਜਾਵੇਗਾ ਤੇ ਇਸ ਥਰਮਲ ਪਲਾਂਟ ਨੂੰ ਚਲਾਇਆ ਜਾਵੇਗਾ। ਤੇ ਗੱਲ ਨਿਰਭਰ ਕਰੇਗੀ ਕਿਉਂਕਿ ਕੁਝ 6 ਦਿਨ ਦਾ ਸਟਾਕ ਕੁੱਲ ਇਸ ਥਰਮਲ ਪਲਾਂਟ ਕੋਲ ਇਸ ਵਕਤ ਮੌਜੂਦ ਹੈ। 4 ਯੂਨਿਟ ਨੇ ਜੋ ਇਸ ਥਰਮਲ ਪਲਾਂਟ ਦੇ ਚਲਾਏ ਜਾਂਦੇ ਨੇ ਤੇ ਜੇਕਰ ਚਾਰੋਂ ਯੂਨਿਟਾਂ ਨੂੰ ਫੁੱਲ ਕੈਪੈਸਿਟੀ ਦੇ ਉੱਪਰ ਚਲਾਇਆ ਜਾਵੇ ਤਾਂ ਕੋਲਾ 6 ਦਿਨ ਦੇ ਵਿੱਚ ਖਤਮ ਹੋ ਜਾਵੇਗਾ। ਲੇਕਿਨ ਆਉਣ ਵਾਲੀ ਜੋ ਸਥਿਤੀ ਨੂੰ ਨਜਿੱਠਣ ਲਈ ਜੇਕਰ 4 ਯੂਨਿਟਾਂ ਦੀ ਬਜਾਏ 2 ਯੂਨਿਟ ਜਾਂ 1 ਯੂਨਿਟ ਇਸ ਤਰ੍ਹਾਂ ਪੜਾਅਵਾਰ ਚਲਾਏ ਜਾਂਦੇ ਹਨ ਤਾਂ ਉਸ ਤੇ ਨਿਰਭਰ ਕਰੇਗਾ ਕਿ 6 ਦਿਨ ਦਾ ਕੋਲਾ ਕਿੰਨੇ ਦਿਨ ਵਿੱਚ ਸਮਾਪਤ ਹੋਵੇਗਾ। ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜੋ ਸਥਿਤੀ ਬਣੀ ਹੋਈ ਹੈ, ਰੇਲਾਂ ਦਾ ਫਿਲਹਾਲ ਚੱਕਾ ਜਾਮ ਹੈ ਤੇ ਹਜੇ ਕੁਝ ਸਾਹਮਣੇ ਨਜ਼ਰ ਨਹੀਂ ਆ ਰਿਹਾ ਕਿ ਕਦੋਂ ਤੱਕ ਰੇਲਾਂ ਬਹਾਲ ਹੋ ਸਕਦੀਆਂ ਹਨ, ਕਦੋਂ ਤੱਕ ਜੋ ਰੇਲ ਆਵਾਜਾਈ ਬਹਾਲ ਹੋਵੇਗੀ ਤੇ ਕੋਲੇ ਦੀ ਪੂਰਤੀ ਹੋ ਸਕੇਗੀ। ਉਸ ਵੇਲੇ ਤੱਕ ਤਾਂ ਸਥਿਤੀ ਕੁੱਲ ਮਿਲਾ ਕੇ ਇਹੀ ਹੈ ਕਿ 6 ਦਿਨ ਦਾ ਕੋਲੇ ਦਾ ਸਟਾਕ ਕੇਵਲ ਅਵਤਾਰ ਕਿਤੇ 4 ਦਿਨ ਦਾ ਤਾਂ ਕਿਤੇ 6 ਦਿਨ ਦਾ ਕੋਲਾ ਬਚਿਆ, ਇਸ ਤੋਂ ਜ਼ਿਆਦਾ ਕੋਲਾ ਕਿਸੇ ਵੀ ਥਰਮਲ ਪਲਾਂਟ ਦੇ ਵਿੱਚ ਨਹੀਂ ਹੈ। ਤਾਂ ਅਰਸ਼ਦੀਪ, ਜੇਕਰ ਗੱਲ ਕੀਤੀ ਜਾਵੇ ਤਾਂ ਰੇਲਵੇ ਸਿੱਧੇ ਤੌਰ ਤੇ ਕਹਿ ਰਿਹਾ ਕਿ ਪੂਰਨ ਤੌਰ ਤੇ ਕਲੀਅਰੈਂਸ ਜਦੋਂ ਤੱਕ ਨਹੀਂ ਮਿਲਦੀ ਅਸੀਂ ਮਾਲ ਗੱਡੀਆਂ ਨਹੀਂ ਚਲਾਵਾਂਗੇ। ਹਾਲਾਂਕਿ ਕਿਸਾਨਾਂ ਦਾ ਜਿਹੜਾ ਇੱਕਾ ਤੁੱਕਾ ਧਰਨਾ ਰੇਲਵੇ ਲਾਈਨਾਂ ਤੇ ਜਾਰੀ ਹੈ ਉਹ ਵੀ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਅਸੀਂ ਮਾਲ ਗੱਡੀਆਂ ਦੇ ਲਈ ਉਸ ਨੂੰ ਨਹੀਂ ਰੋਕ ਰਹੇ। ਜੇਕਰ ਜੰਡਿਆਲਾ ਗੁਰੂ ਦੀ ਗੱਲ ਕਰੀਏ ਤਾਂ ਉਹ ਵੀ ਕਹਿ ਰਹੇ ਨੇ ਕਿ ਡਾਇਵਰਟ ਅਸੀਂ ਕਰਨ ਨੂੰ ਤਿਆਰ ਆ, ਜ਼ਿਆਦੀ ਗੱਲ ਹੈ ਤਾਂ ਅਸੀਂ ਮਾਲ ਗੱਡੀਆਂ ਦੇ ਲਈ ਪਿੱਛੇ ਵੀ ਹਟਣ ਨੂੰ ਤਿਆਰ ਆ। ਪਰ ਜੋ ਹੁਣ ਰੇਲਵੇ ਦੇ ਵੱਲੋਂ ਇਹ ਸ਼ਰਤ ਲਗਾ ਦਿੱਤੀ ਗਈ ਹੈ ਕਿ ਪੈਸੇਂਜਰ ਟ੍ਰੇਨਸ ਵੀ ਨਾਲ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ, ਬਲਕਿ ਪੈਸੇਂਜਰ ਟ੍ਰੇਨਸ ਦੀ ਜੇਕਰ ਗੱਲ ਕਰੀਏ ਉਹ ਰੋਕ ਤਾਂ ਖੁਦ ਕੋਰੋਨਾ ਦੇ ਚੱਲਦਿਆਂ ਕੇਂਦਰ ਸਰਕਾਰ ਦੇ ਵੱਲੋਂ ਹੀ ਲਗਾਈ ਗਈ ਸੀ। ਬਿਲਕੁਲ ਇਹ ਅਜੀਬੋ-ਗਰੀਬ ਸਥਿਤੀ ਹੈ ਅੰਮ੍ਰਿਤ, ਕਿਉਂਕਿ ਪੈਸੇਂਜਰ ਟ੍ਰੇਨਾਂ ਤਾਂ ਪਹਿਲਾਂ ਹੀ ਕੋਰੋਨਾ ਕਰਕੇ ਬੰਦ ਸੀਗੀਆਂ, ਉਹ ਤਾਂ ਪਹਿਲਾਂ ਹੀ ਨਹੀਂ ਚੱਲ ਰਹੀਆਂ ਸੀਗੀਆਂ, ਮਾਲ ਗੱਡੀਆਂ ਚੱਲ ਰਹੀਆਂ ਸੀਗੀਆਂ ਤੇ ਉਹ ਜਿਹੜੀ ਵੀ ਸਪਲਾਈ ਸੀਗੀ, ਚਾਹੇ ਉਹ ਖਾਦਾਂ ਦੀ ਸਪਲਾਈ ਹੋਵੇ ਚਾਹੇ ਕੋਲੇ ਦੀ ਸਪਲਾਈ ਹੋਵੇ, ਉਸ ਦੇ ਲਈ ਚੱਲ ਰਹੀਆਂ ਸੀਗੀਆਂ। ਲੇਕਿਨ ਫਾਰਮਰ ਐਜੀਟੇਸ਼ਨ ਦੇ ਚੱਲਦੇ ਰੇਲਵੇ ਟਰੈਕ ਰੋਕੇ ਗਏ ਸੀਗੇ। ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਜਦ ਵਿਧਾਨ ਸਭਾ ਦੇ ਵਿੱਚ ਜਿਹੜਾ ਖੇਤੀ ਕਾਨੂੰਨ ਸੀਗੇ ਕੇਂਦਰ ਦੇ ਉਹਨਾਂ ਨੂੰ ਰੱਦ ਕੀਤਾ ਤੇ ਆਪਣੇ ਵੱਲੋਂ ਬਿੱਲ ਪਾਸ ਕੀਤੇ, ਤਾਂ ਜਿਹੜੀਆਂ 30 ਜਥੇਬੰਦੀਆਂ ਸੀਗੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਗੱਲਬਾਤ ਦੇ ਰਾਹੀਂ ਕਲੀਅਰ
ਪ੍ਰੈਫਰੈਂਸ ਦਿੱਤੀ ਕਿ ਅਸੀਂ ਰੇਲ ਟਰੈਕਸ ਤੋਂ ਉੱਠ ਕੇ ਰੇਲਵੇ ਸਟੇਸ਼ਨ ਦੇ ਉੱਤੇ ਬੈਠਾਂਗੇ ਤੇ ਮਾਲ ਗੱਡੀਆਂ ਨੂੰ ਲੰਘਣ ਦੀ ਇਜਾਜ਼ਤ ਦੇਵਾਂਗੇ। ਲੇਕਿਨ ਫਿਰ ਵੀ ਜਿਹੜਾ ਹੈਗਾ ਹੈ ਇੱਕਾ ਦੁੱਕਾ ਜਗ੍ਹਾਵਾਂ ਦੇ ਉੱਤੇ ਮਾਲ ਗੱਡੀਆਂ ਜਦੋਂ ਚੱਲੀਆਂ ਉਹਨਾਂ ਨੂੰ ਰੋਕਿਆ ਗਿਆ। ਹਾਲਾਂਕਿ BKU ਏਕਤਾ ਉਗਰਾਹਾਂ ਦਾ ਕਹਿਣਾ ਕਿ ਉਹਨਾਂ ਨੇ ਕੋਈ ਮਾਲ ਗੱਡੀ ਨਹੀਂ ਰੋਕੀ ਤੇ ਉਹ ਸਿਰਫ 2 ਥਰਮਲ ਪਲਾਂਟਾਂ ਦੇ ਜਿਹੜੇ ਨਿੱਜੀ ਥਰਮਲ ਪਲਾਂਟ ਨੇ ਉਹਨਾਂ ਦੀ ਜਿਹੜੀ ਪਰਸਨਲ ਲਾਈਨ ਹੈਗੀ ਆ ਉਸ ਦੇ ਉੱਤੇ ਬੈਠੇ ਨੇ। ਲੇਕਿਨ ਉਹਨਾਂ ਦਾ ਕਹਿਣਾ ਸੀ ਕੱਲ ਵੀ ਜਿਹੜੀ ਮੀਟਿੰਗ ਹੋਈ ਹੈ ਕਿ ਕੇਂਦਰ ਇਸ ਨੂੰ ਬਹਾਨਾ ਬਣਾ ਰਿਹਾ ਹੈ। ਲੇਕਿਨ ਇੱਕ ਸਾਫ਼ ਤੌਰ ਤੇ ਜੇ ਅਸੀਂ ਗੱਲ ਕਰੀਏ ਕਿ ਫਾਰਮਰ ਐਜੀਟੇਸ਼ਨ ਜਿਹੜੀਆਂ ਗੱਲਾਂ ਤੇ ਸ਼ੁਰੂ ਹੋਈ ਸੀਗੀ ਉਹ ਵੀ ਹੁਣ ਇੱਕ ਕਿਸਮ ਦੇ ਨਾਲ ਕਿਸੇ ਹੋਰ ਪਾਸੇ ਜਾਂਦੀ ਇਸ ਦੇ ਨਾਲ ਦਿਖਾਈ ਦੇ ਰਹੀ ਹੈ ਕਿ ਜਿੱਥੇ 30 ਜਥੇਬੰਦੀਆਂ ਗੱਲ ਕਰ ਰਹੀਆਂ ਸੀਗੀਆਂ ਕਿ ਕੇਂਦਰ ਵੱਲ ਨੂੰ ਨਿਸ਼ਾਨਾ ਸੇਧਿਆ ਜਾਵੇਗਾ, ਉੱਥੇ ਪੰਜਾਬ ਸਰਕਾਰ ਦੇ ਵੱਲ ਵੀ ਨਿਸ਼ਾਨਾ ਹੁੰਦਾ ਨਜ਼ਰ ਆ ਰਿਹਾ, ਜਿੱਥੇ ਇਹ ਗੱਲ ਹੋ ਰਹੀ ਹੈ ਕਿ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਨੇ ਉਹਨਾਂ ਨੂੰ ਬੰਦ ਕਰਕੇ ਸਿਰਫ ਸਰਕਾਰੀ ਥਰਮਲ ਪਲਾਂਟ ਚਲਾਏ ਜਾਣ। ਲੇਕਿਨ ਜਦ ਤੱਕ ਕੇਂਦਰ ਨਾਲ ਸਥਿਤੀ ਨਹੀਂ ਸੁਧਰਦੀ, ਜਦ ਤੱਕ ਰੇਲਵੇ ਅਲਾਉ ਨਹੀਂ ਕਰਦਾ ਮਾਲ ਗੱਡੀਆਂ ਨੂੰ, ਉਦੋਂ ਤੱਕ ਪੰਜਾਬ ਦੇ ਲਈ ਇੱਕ ਸਿਚੁਏਸ਼ਨ ਜਿਹੜੀ ਹੈਗੀ ਆ ਉਹ ਜ਼ਰੂਰ ਚਿੰਤਾਜਨਕ ਬਣਦੀ ਨਜ਼ਰ ਆ ਰਹੀ ਹੈ। ਬਿਲਕੁਲ ਅਰਸ਼ਦੀਪ, ਫਿਲਹਾਲ ਰੇਲਵੇ ਦੇ ਨਾਲ ਪੰਜਾਬ ਸਰਕਾਰ ਦੀ ਕੋਈ ਗੱਲਬਾਤ ਸਿਰੇ ਚੜ੍ਹਦੀ ਹੈ ਜਾਂ ਫਿਰ ਰੇਲਵੇ ਇਸੇ ਤਰ੍ਹਾਂ ਆਪਣੀ ਜ਼ਿੱਦ ਤੇ ਅੜਿਆ ਰਹਿੰਦਾ ਹੈ, ਤੇ ਜੇਕਰ ਇਸੇ ਤਰ੍ਹਾਂ ਇਹ ਜ਼ਿੱਦ ਚੱਲਦੀ ਹੈ ਤਾਂ ਪੰਜਾਬ ਦੀ ਸਥਿਤੀ ਕਿਸ ਤਰ੍ਹਾਂ ਦੀ ਹੁੰਦੀ ਹੈ ਇਹ ਫਿਲਹਾਲ ਦੇਖਣਾ ਹੋਵੇਗਾ। ਸ਼ੁਕਰੀਆ ਅਰਸ਼ਦੀਪ ਇਸ तमाम ਜਾਣਕਾਰੀ ਦੇ ਲਈ। ਅਵਤਾਰ ਮੇਰੇ ਸਹਿਯੋਗੀ ਜੁੜੇ ਰੋਪੜ ਤੋਂ, ਅਵਤਾਰ ਤੁਹਾਡਾ ਵੀ ਸ਼ੁਕਰੀਆ। ਤਾਂ ਫਿਲਹਾਲ ਸਾਰੇ ਥਰਮਲ ਦੇ ਵਿੱਚ 2 ਤੋਂ 4 ਦਿਨ ਦਾ ਕੋਲਾ ਜਾਂ ਵੱਧ ਤੋਂ ਵੱਧ ਕਿਸੇ ਥਰਮਲ ਦੇ ਵਿੱਚ 6 ਦਿਨ ਦਾ ਕੋਲਾ ਬਚਿਆ ਹੈ ਜੋ ਐਮਰਜੈਂਸੀ ਦੇ ਲਈ ਬਚਾ ਕੇ ਰੱਖਿਆ ਗਿਆ ਹੈ, ਨਹੀਂ ਤਾਂ ਹਰ ਪਾਸੇ ਕੋਲੇ ਦੀ ਘਾਟ ਨਜ਼ਰ ਆ ਰਹੀ ਹੈ ਜੋ ਕਿ ਇੱਕ ਵੱਡੇ ਬਿਜਲੀ ਸੰਕਟ ਦਾ ਇਸ਼ਾਰਾ ਕਰ ਰਹੀ ਹੈ।